ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਬੱਚੇ। ਅੱਛਾ, ਅਸੀਂ ਕਰ ਰਹੇ ਹਾਂ ਹੈਨਰੀਸ ਲਾਅ। ਹੈਨਰੀਸ ਲਾਅ ਅਸੀਂ ਕਰਕੇ ਅੱਜ ਅਸੀਂ ਨੈਕਸਟ ਟੌਪਿਕ ਕਰਾਂਗੇ ਉਹਨਾਂ ਦੀਆਂ ਲਿਮੀਟੇਸ਼ਨਸ। ਕੀ ਕੁਝ ਉਹਦੀਆਂ ਡਰਾਬੈਕ ਰਹਿ ਗਈਆਂ ਸੀ ਲਿਮੀਟੇਸ਼ਨਸ ਆਫ ਹੈਨਰੀਸ ਲਾਅ। ਦ ਹੈਨਰੀਸ ਲਾਅ ਇਜ਼ ਵੈਲਿਡ ਇਫ ਹੈਨਰੀ ਲਾਅ ਤਾਂ ਹੀ ਐਪਲੀਕੇਬਲ ਆ, ਉਹਦੀਆਂ ਕੰਡੀਸ਼ਨਸ ਨੇ। ਫਸਟ ਵਨ, ਪ੍ਰੈਸ਼ਰ ਇਜ਼ ਲੋ। ਜੇ ਤਾਂ ਪ੍ਰੈਸ਼ਰ ਲੋ ਤੇ ਹੁੰਦਾ ਐਟ ਹਾਈ ਪ੍ਰੈਸ਼ਰ ਦਾ ਲਾ ਬਿਕਮਸ ਲੈਸ ਐਕੂਰੇਟ ਐਂਡ ਦਾ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਸ਼ੋ ਕੰਸੀਡਰੇਬਲ ਵੇਰੀਏਸ਼ਨ। ਜਦੋਂ ਤਾਂ ਬਹੁਤ ਜ਼ਿਆਦਾ ਹਾਈ ਪ੍ਰੈਸ਼ਰ ਹੋਏਗਾ, ਜਿਹੜਾ ਲਾ ਵਾ ਉਹ ਐਕੂਰੇਸੀ ਨਹੀਂ ਰਹੇਗੀ, ਅਤੇ ਜਿਹੜਾ ਉਹਦਾ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਹੈ ਨਾ, ਉਹ 'ਚ ਬਹੁਤ ਸਾਰੀਆਂ ਵੇਰੀਏਸ਼ਨਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਬਿਕੋਜ਼ ਹੈਨਰੀ ਲਾ ਅਸੀਂ ਪੜ੍ਹਿਆ ਸੀ, ਮਾਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਪ੍ਰੈਸ਼ਰ। ਇਹੀ ਪੜ੍ਹਿਆ ਸੀ ਨਾ ਅਸੀਂ। ਇਹਦੇ ਤੋਂ ਡੈਫੀਨੇਸ਼ਨ ਵੀ ਇਹਦੀ ਯਾਦ ਰੱਖਣੀ ਹੈ, ਹੈਨਰੀਸ ਲਾ। ਸੈਕਿੰਡ ਦਾ ਟੈਂਪਰੇਚਰ ਇਜ਼ ਨਾਟ ਟੂ ਲੋ। ਇਹਦੇ ਵਿੱਚ ਟੈਂਪਰੇਚਰ ਲੋ ਤਾਂ ਹੋਣਾ ਚਾਹੀਦਾ, ਬਟ ਬਹੁਤ ਜ਼ਿਆਦਾ ਘੱਟ ਨਹੀਂ ਹੋਣਾ ਚਾਹੀਦਾ। ਥਰਡ ਵਨ, ਦ ਗੈਸ ਇਜ਼ ਨਾਟ ਹਾਈਲੀ ਸਾਲੂਬਲ। ਗੈਸ ਬਹੁਤ ਜ਼ਿਆਦਾ ਸਾਲੂਬਲ ਨਹੀਂ ਹੋਣੀ ਚਾਹੀਦੀ। Next है the gas neither react chemically nor dissociate or associate in the solvent। गैस chemically inert होनी चाहिए है, ना ही वो dissociation होए ਉਹਦੇ ਵਿੱਚ, ਤੇ ਨਾ ਹੀ ਉਹਦੇ ਵਿੱਚ association ਹੋਣੀ ਚਾਹੀਦੀ ਹੈ। ਇਹ ਸਾਰੀਆਂ ਕੀ ਹੋ ਗਈਆਂ ਸਾਡੇ ਕੋਲ ਲਿਮਿਟੇਸ਼ਨਸ ਆਫ ਹੈਨਰੀਸ ਲਾ। ਇਹਦੀਆਂ ਕਿਹੜੀਆਂ ਕਿਹੜੀਆਂ ਕਮੀਆਂ ਰਹਿ ਗਈਆਂ, ਬਟ ਵਿੱਚ ਇਹਦੀਆਂ ਐਪਲੀਕੇਸ਼ਨਸ ਵੀ ਹੈਗੀਆਂ ਜਿਹੜੀਆਂ ਮੋਸਟਲੀ ਸਾਨੂੰ ਕੁਐਸਚਨ ਦੇ ਵਿੱਚ ਆ ਜਾਂਦੀਆਂ। Applications of Henry's law. First one, in the production of carbonated beverages। beverages ਉਹ ਹੁੰਦੇ ਨੇ ਜਿਹੜੇ ਪਾਣੀ ਤੋਂ ਇਲਾਵਾ ਜੋ ਵੀ ਤੁਸੀਂ ਪੀਂਦੇ ਹੋ ਨਾ, ਉਹ ਸਾਰਾ ਕੁਝ ਬੇਵਰਜਸ ਵਿੱਚ ਆ ਜਾਂਦਾ। ਟੀ ਹੋ ਗਈ, ਕਾਫੀ ਹੋ ਗਈ, ਕੋਲਡ ਡਰਿੰਕ ਹੋ ਗਈ, ਸੌਫਟ ਡਰਿੰਕ ਹੋ ਗਈ, ਸਭ ਕੁਝ ਬੇਵਰਜਸ ਆ। ਅਤੇ ਅਸੀਂ ਗੱਲ ਕਰਨ ਡੇ ਆ ਕਾਰਬੋਨੇਟਡ ਬੇਵਰਜਸ। ਕਾਰਬੋਨੇਟਡ ਕੋਲਡ ਡਰਿੰਕ ਪੀ ਰਹੇ ਹੋਣ, ਕੋਕੋ ਕੋਲਾ, ਸਪਰਾਈਟ ਆ, ਉਹ ਸਾਰੇ ਹੀ ਕਿਹੜੇ ਹੈਗੇ ਨੇ, ਕਾਰਬੋਨੇਟਡ। ਬਿਕੋਜ਼ ਕਾਰਬਨ ਡਾਈਆਕਸਾਈਡ ਅੰਡਰ ਹਾਈ ਪ੍ਰੈਸ਼ਰ ਅਸੀਂ ਉਹਨਾਂ ਵਿੱਚ ਡਿਜ਼ੋਲਵ ਕੀਤੀ ਗਈ ਹੈ। To increase the solubility of carbon dioxide in soft drink, the bottles are sealed under high pressure। ਜਿਹੜੀਆਂ ਕੋਲਡ ਡਰਿੰਕ ਦੀਆਂ ਬੋਟਲਸ ਨੇ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਨੂੰ ਐਡ ਕੀਤਾ ਜਾਂਦਾ, ਬਟ ਅੰਡਰ ਹਾਈ ਪ੍ਰੈਸ਼ਰ। ਵੈਨ ਦ ਬੋਟਲ ਇਜ਼ ਓਪਨ, ਜਦੋਂ ਤੁਸੀਂ ਬੋਟਲ ਨੂੰ ਓਪਨ ਕਰਦੇ ਹੋ। ਅੰਡਰ ਨੋਰਮਲ ਐਟਮੋਸਫੇਰਿਕ ਕੰਡੀਸ਼ਨਸ ਦਾ ਪ੍ਰੈਸ਼ਰ ਇਨਸਾਈਡ ਦਾ ਬੋਟਲ ਫਾਲਸ ਟੂ ਐਟਮੋਸਫੇਰਿਕ ਪ੍ਰੈਸ਼ਰ। ਤਾਂ ਹੁਣ ਅੰਦਰ ਪ੍ਰੈਸ਼ਰ ਜ਼ਿਆਦਾ ਹੈ ਅਤੇ ਬਾਹਰ ਪ੍ਰੈਸ਼ਰ ਘੱਟ ਹੈਗਾ, ਐਂਡ ਐਕਸੈਸ ਜਿਹੜੀ ਕਾਰਬਨ ਡਾਈਆਕਸਾਈਡ ਆ ਕਮ ਆਊਟ ਇਨ ਦਾ ਫਾਰਮ ਆਫ ਬਬਲਸ ਕਾਜ਼ਿੰਗ ਦਾ ਐਫਰੈਂਸ। ਤਾਂ ਉਹਦੇ ਵਿੱਚ ਤੁਸੀਂ ਬੱਚੇ ਧਿਆਨ ਨਾਲ ਦੇਖੋਗੇ ਤਾਂ ਬੁਲਬੁਲੇ ਤੁਹਾਨੂੰ ਬਾਹਰ ਆਉਂਦੇ ਦਿਖਾਈ ਦੇਣਗੇ, ਬਿਕੋਜ਼ ਅੰਦਰ ਪ੍ਰੈਸ਼ਰ ਜ਼ਿਆਦਾ ਹੀ ਅਤੇ ਬਾਹਰ ਪ੍ਰੈਸ਼ਰ ਘੱਟ ਆ। ਅਸੀਂ ਉਹਨੂੰ ਹਾਈ ਪ੍ਰੈਸ਼ਰ 'ਤੇ ਕਾਰਬਨ ਡਾਈਆਕਸਾਈਡ ਉਹਦੇ ਵਿੱਚ ਡਿਜ਼ੋਲਵ ਕੀਤੀ ਹੋਈ ਹੈ। ਇਹੀ ਕਾਰਨ ਆ ਕਿ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਗੈਸ ਇਨ ਦਾ ਫਾਰਮ ਆਫ ਬਬਲਸ ਬਾਹਰ ਆਉਣੀ ਸ਼ੁਰੂ ਹੋ ਜਾਏਗੀ। ਕਈ ਵਾਰੀ ਇਹੀ ਕੁਐਸਚਨ ਨੂੰ ਇਸ ਤਰ੍ਹਾਂ ਵੀ ਇਨਸਰਟ ਕੀਤਾ ਜਾ ਸਕਦਾ, ਪੇਪਰ ਵਿੱਚ ਆ ਸਕਦਾ ਕਿ ਵਾਟ ਵਾਈ ਫੀਸਿਸ ਸਾਊਂਡ ਇਜ਼ ਪ੍ਰੋਡਿਊਸਡ ਵੈਨ ਕੋਲਡ ਡਰਿੰਕ ਬੋਟਲ ਇਜ਼ ਓਪਨ। ਜਦੋਂ ਅਸੀਂ ਕੋਈ ਕੋਲਡ ਡਰਿੰਕ ਦੀ ਬੋਟਲ ਓਪਨ ਕਰਦੇ ਹਾਂ ਅਤੇ ਫਿਸਿਸ ਦੀ ਆਵਾਜ਼ ਆਉਣੀ ਸ਼ੁਰੂ ਹੁੰਦੀ ਆ। ਉਹ ਕਿਉਂ ਆ ਰਹੀ ਆ, ਉਹਦਾ ਕਾਰਨ ਵੀ ਇਹੀ ਹੈਗਾ ਜੀ। ਨੈਕਸਟ ਹੈ ਇਨ ਦਾ ਡੀਪ ਸੀ ਡਾਈਵਿੰਗ, ਸਕੂਬਾ ਡਾਈਵਿੰਗ। ਜਿਹੜੇ ਬੱਚੇ ਡੀਪ ਸੀ ਡਾਈਵਰਸ ਨੇ, ਥੱਲੇ ਪਾਣੀ ਵਿੱਚ ਜਾਂਦੇ ਨੇ, ਧਰਤੀ ਦੇ ਸਤਲ ਤੋਂ ਹੀਰੇ ਮੋਤੀ ਲੱਭ ਕੇ ਲਿਆਉਂਦੇ ਨੇ, ਇਹ ਉਹਨਾਂ ਵਾਸਤੇ ਆ। ਡੀਪ ਸੀ ਡਾਈਵਰਸ ਡਿਪੈਂਡ ਅਪੋਨ ਕੰਪਰੈਸਡ ਏਅਰ ਫਾਰ ਬਰੀਥਿੰਗ ਐਟ ਹਾਈ ਪ੍ਰੈਸ਼ਰ ਅੰਡਰ ਵਾਟਰ। ਹੁਣ ਦੇਖੋ ਜਿਉਂ ਜਿਉਂ ਪਾਣੀ ਦੇ ਥੱਲੇ ਜਾ ਰਿਹਾ ਬੱਚੇ, ਪਾਣੀ ਉਹਦੇ ਉੱਪਰ ਵੱਧ ਰਿਹਾ ਅਤੇ ਪ੍ਰੈਸ਼ਰ ਵੀ ਇਨਕਰੀਜ਼ ਹੋ ਰਿਹਾ, ਅਤੇ ਉਹਨੂੰ ਬਰੀਥਿੰਗ ਕਰਨੀ ਪੈਂਦੀ ਆ ਅੰਡਰ ਵੈਰੀ ਹਾਈ ਪ੍ਰੈਸ਼ਰ। ਬਹੁਤ ਪ੍ਰੈਸ਼ਰ ਹੋ ਜਾਂਦਾ ਉਹਦੇ ਉੱਪਰ। ਦ ਕੰਪਰੈਸਡ ਏਅਰ ਕੰਟੇਨ, ਤਾਂ ਮੇਨ ਕੰਪੋਜੀਸ਼ਨ ਜਿਹੜਾ ਫਸਟ ਟਾਈਮ ਐਡ ਕੀਤਾ ਗਿਆ ਸੀ ਉਹਦੇ ਵਿੱਚ ਨਾਈਟ੍ਰੋਜਨ ਅਤੇ ਆਕਸੀਜਨ ਹੀ, ਦੋ ਗੈਸਸ ਦਾ ਮਿਕਸਚਰ ਹੀ। ਨਾਈਟ੍ਰੋਜਨ ਜਿਹੜੀ ਗੈਸ ਆ ਉਹ ਡਿਜ਼ੋਲਵ ਹੋ ਜਾਂਦੀ ਹੈ ਬਲੱਡ ਵਿੱਚ, ਸਮ ਅਦਰ ਬਾਡੀ ਫਲੂਇਡ ਵਿੱਚ, ਐਂਡ ਆਕਸੀਜਨ ਤਾਂ ਮੈਟਾਬੋਲਿਜ਼ਮ ਵਿੱਚ ਵਰਤੀ ਜਾਏਗੀ। ਜਦੋਂ ਉਹੀ ਪਰਸਨ ਧਰਤੀ ਦੇ ਸਰਫਸ 'ਤੇ ਆਏਗਾ, ਦਾ ਪ੍ਰੈਸ਼ਰ ਡਿਕਰੀਜ਼ਸ, ਪ੍ਰੈਸ਼ਰ ਡਿਕਰੀਜ਼ ਹੋਣ ਦੇ ਨਾਲ
ਨਾਈਟ੍ਰੋਜਨ ਜਿਹੜੀ ਹੈ ਉਹ ਬਾਡੀ ਤੋਂ ਇਨ ਦਾ ਫਾਰਮ ਆਫ ਬਬਲਸ ਜਿਹੜੇ ਨੇ ਉਹ ਬਾਹਰ ਨਿਕਲਣੀ ਸ਼ੁਰੂ ਹੋ ਜਾਏਗੀ। these bubbles restrict blood flow ਤੇ ਇਹ ਜਿਹੜੇ ਬਬਲਸ ਬਾਡੀ ਤੋਂ ਬਾਹਰ ਨਿਕਲ ਰਹੇ ਆ ਉਹਦਾ ਜਿਹੜਾ ਬਾਡੀ ਦਾ ਬਲੱਡ ਫਲੋ ਹੈ ਨਾ ਉਹਨੂੰ ਅਫੈਕਟ ਕਰਨਗੇ। ਅਫੈਕਟ ਦਾ ਟਰਾਂਸਮਿਸ਼ਨ ਆਫ ਨਰਵ ਇੰਪਲਸਸ ਜਿਹੜੀਆਂ ਸਾਡੇ ਬ੍ਰੇਨ ਤੱਕ ਮੈਸੇਜ ਲੈ ਕੇ ਜਾ ਰਹੀਆਂ ਨੇ ਨਰਵ ਇੰਪਲਸਸ ਉਹਨਾਂ ਨੂੰ ਇਹ ਅਫੈਕਟ ਕਰਨਗੇ। ਦ ਬਬਲਸ ਕੈਨ ਈਵਨ ਬਰਸਟ ਇਨ ਦ ਕਪਿਲਰੀਜ਼ ਤੇ ਉਹ ਕਪਿਲਰੀ ਦੇ ਵਿੱਚ ਜਿਹੜੇ ਬੱਬਲ ਬਣੇ ਹੋਏ ਨੇ ਉਹ ਫਟਣੇ ਸ਼ੁਰੂ ਹੋ ਜਾਂਦੇ ਆ ਬਿਕੋਜ਼ ਪ੍ਰੈਸ਼ਰ ਡਿਕਰੀਜ਼ ਹੋ ਗਿਆ। ਪ੍ਰੈਸ਼ਰ ਡਿਕਰੀਜ਼ ਕਿਉਂ ਹੋਇਆ? ਕਿਉਂਕਿ ਉਹ ਪਾਣੀ ਵਿੱਚ ਪਹਿਲੇ ਥੱਲੇ ਹੀ, ਹੁਣ ਉਹ ਸਰਫੇਸ 'ਤੇ ਆ ਗਿਆ ਤੇ ਉਹਦੇ ਉੱਪਰੋਂ ਪਾਣੀ ਹਟ ਗਿਆ ਤੇ ਉਹਦਾ ਪ੍ਰੈਸ਼ਰ ਰਿਡਿਊਸ ਹੋ ਗਿਆ। ਪ੍ਰੈਸ਼ਰ ਰਿਡਿਊਸ ਹੋਣ ਦੇ ਨਾਲ ਜਿਹੜੇ ਉਹਦੇ ਵਿੱਚ ਬੱਬਲ ਬਣੇ ਸੀ ਉਹ ਟੁੱਟਣੇ ਸ਼ੁਰੂ ਹੋ ਗਏ। ਐਂਡ ਦਿਸ ਕੰਡੀਸ਼ਨ ਇਜ਼ ਕਾਲਡ ਐਸ ਬੈਂਡਸ। ਇਸ ਡਿਸੀਜ਼ ਨੂੰ ਅਸੀਂ ਬੱਚੇ ਬੈਂਡਸ ਕਹਿੰਦੇ ਆ। ਇਹ ਕੁਐਸਚਨ ਆਇਆ ਹੋਇਆ ਜੇ ਵਾਟ ਇਜ਼ ਬੈਂਡਸ ਤੇ ਇਹਨੂੰ ਅਸੀਂ ਐਕਸਪਲੇਨ ਕਰ ਸਕਦੇ ਹਾਂ ਬੜਾ ਵਧੀਆ। ਕਲੀਅਰ ਹੈ? ਉਸ ਤੋਂ ਬਾਅਦ ਟੂ ਅਵਾਇਡ ਦਿਸ ਕੰਡੀਸ਼ਨ ਮੈਂ ਇਸ ਕੰਡੀਸ਼ਨ ਨੂੰ ਖਤਮ ਕਰਨਾ ਚਾਹੁੰਦਾ ਕਿ ਨਾਈਟ੍ਰੋਜਨ ਦੇ ਬਬਲਸ ਨਾ ਬਣਨ। ਨਾਓ ਥੀਸ ਡੇਜ਼ ਯੂਜ਼ ਏਅਰ ਡਿਲੂਟਡ ਵਿਦ ਦ ਹੀਲੀਅਮ ਗੈਸ। ਅਸੀਂ ਹੀਲੀਅਮ ਗੈਸ ਦੇ ਨਾਲ ਇਹਨੂੰ ਡਿਲੂਟ ਕਰ ਲਿਆ, ਪਤਲਾ ਕਰ ਲਿਆ। ਬਿਕਾਜ਼ ਆਫ ਸਮਾਲ ਸਾਈਜ਼ ਆਫ ਹੀਲੀਅਮ ਐਟਮ ਦੇ ਪਾਸ ਥਰੂ ਸੈੱਲ ਵਾਲਸ ਵਿਦਆਊਟ ਡੈਮੇਜਿੰਗ ਦੈਮ। ਤੇ ਇਹ ਜਿਹੜੇ ਹੀਲੀਅਮ ਦੇ ਐਟਮ ਹੀ ਉਹ ਆਸਾਨੀ ਦੇ ਨਾਲ ਸੈੱਲ ਵਾਲ ਵਿੱਚੋਂ ਪਾਸ ਹੋ ਜਾਂਦੇ ਨੇ ਤੇ ਜਿਹੜੇ ਆ ਸਾਡੇ ਬਾਕੀ ਸੈੱਲ ਵਾਲ ਆ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ, ਨਾਈਟ੍ਰੋਜਨ ਦੇ ਬਬਲਸ ਨਹੀਂ ਬਣਨਗੇ। ਕਲੀਅਰ ਹੋ ਜਾਏਗਾ? ਦੈਟ ਇਜ਼ ਸਕੂਬਾ ਡਾਈਵਿੰਗ। ਜਿਹੜੇ ਡਾਈਵਰਸ ਨੇ, ਗੋਤਾਖੋਰ ਨੇ, ਜਿਹੜੇ ਥੱਲੇ ਸੀ ਦੇ ਵਿੱਚ ਜਾ ਰਹੇ ਨੇ ਹੀਰੇ ਮੋਤੀ ਲੱਭਣ ਲਈ। ਨੈਕਸਟ ਕੰਡੀਸ਼ਨ ਹੈ ਐਟ ਹਾਈ ਐਲਟੀਟਿਊਡ, ਬਹੁਤ ਉਚਾਈ ਤੇ ਜਾਣ ਦੇ ਨਾਲ ਦ PO2 ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ। PO2 ਦਾ ਮੀਨਿੰਗ ਕੀ ਹੈ? ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ ਇਜ਼ ਲੈਸ ਦੈਨ ਦੈਟ ਐਟ ਦਾ ਗਰਾਊਂਡ ਲੈਵਲ। ਹੁਣ ਦੇਖੋ ਜਿਉਂ-ਜਿਉਂ ਮੈਂ ਧਰਤੀ ਤੋਂ ਉੱਪਰ ਜਾ ਰਿਹਾ, ਠੀਕ ਹੈ, ਜਿਉਂ-ਜਿਉਂ ਉੱਪਰ ਜਾਵਾਂਗਾ ਪ੍ਰੈਸ਼ਰ ਮੇਰੇ ਤੇ ਡਿਕਰੀਜ਼ ਹੋਏਗਾ ਤੇ ਜਿਉਂ-ਜਿਉਂ ਮੈਂ ਸੀ ਦੇ ਥੱਲੇ ਜਾ ਰਿਹਾ ਤੇ ਪ੍ਰੈਸ਼ਰ ਇਨਕਰੀਜ਼ ਹੋ ਰਿਹਾ। ਇਹ ਗੱਲ ਨੂੰ ਯਾਦ ਰੱਖਣਾ। This result in low concentration of oxygen in the blood and tissues of the people living at high altitude। ਹੁਣ ਅਸੀਂ ਕਹਿ ਰਹੇ ਹਾਂ ਉੱਪਰ ਨੂੰ ਜਾ ਰਹੇ ਹਾਂ, ਉੱਪਰ ਨੂੰ ਜਾਣ ਦੇ ਨਾਲ ਪ੍ਰੈਸ਼ਰ ਡਿਕਰੀਜ਼ ਹੋ ਰਿਹਾ ਤੇ ਉਹਨਾਂ ਨੂੰ ਉਨੀ ਆਕਸੀਜਨ ਅਵੇਲੇਬਲ ਨਹੀਂ ਹੋਏਗੀ। The low blood oxygen causes climbers to become weak and unable to think clearly known as anoxia। ਇਹੀ ਕਾਰਨ ਹੈ ਕਿ ਜਿਹੜੇ ਲੋਕ ਪਹਾੜਾਂ ਦੇ ਉੱਪਰ ਬਹੁਤ ਉਚਾਈ ਤੇ ਜਾਂਦੇ ਨੇ ਉਹ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਆ ਬਿਕੋਜ਼ ਜਿੰਨੀ ਪ੍ਰੋਪਰ ਆਕਸੀਜਨ ਉਹਨਾਂ ਨੂੰ ਚਾਹੀਦੀ ਆ ਉਹ ਨਹੀਂ ਮਿਲ ਰਹੀ। ਐਂਡ ਦੇ ਆਰ ਅਨਏਬਲ ਟੂ ਥਿੰਕ ਪ੍ਰੋਪਰਲੀ ਤੇ ਉਹ ਪ੍ਰੋਪਰਲੀ ਸੋਚ ਵੀ ਨਹੀਂ ਸਕਦੇ। ਇਸ ਤਰ੍ਹਾਂ ਦੀ ਡਿਸੀਜ਼ ਨੂੰ ਅਸੀਂ ਐਨੋਕਸੀਆ ਕਹਿੰਦੇ ਆ। ਕੀ ਕਹਿੰਦੇ ਆ? ਅਨੋਕਸੀਆ। ਹੁਣ ਦੇਖੋ ਅਸੀਂ ਵੀ ਘਰਾਂ ਦੇ ਵਿੱਚ ਖਿੜਕੀਆਂ ਰੱਖਦੇ ਹਾਂ, ਦਰਵਾਜ਼ੇ ਰੱਖਦੇ ਹਾਂ, ਉਹਦਾ ਕਾਰਨ ਵੀ ਇਹੀ ਹੈ ਕਿ ਸਾਨੂੰ ਫਰੈਸ਼ ਏਅਰ ਮਿਲ ਸਕੇ। ਜੇ ਤੁਸੀਂ ਕਮਰੇ ਨੂੰ ਬੰਦ ਕਰਕੇ ਉਹਦੇ ਵਿੱਚ ਪੜ੍ਹਦੇ ਰਹੋਗੇ ਨਾ, ਬਾਹਰ ਨਿਕਲ ਕੇ ਦੇਖੋਗੇ ਤੁਹਾਨੂੰ ਥੋੜ੍ਹੀ ਘੁੱਟਣ ਮਹਿਸੂਸ ਹੋਏਗੀ, ਤੁਹਾਡਾ ਸਿਰ ਦਰਦ ਹੋਣਾ ਸ਼ੁਰੂ ਹੋ ਜਾਏਗਾ। ਦੈਟ ਡਿਸੀਜ਼ ਇਜ਼ ਐਨੋਕਸੀਆ। ਪ੍ਰੋਪਰ ਆਕਸੀਜਨ ਸਾਡੀ ਬਾਡੀ ਨੂੰ ਚਾਹੀਦੀ ਹੈ। ਲਾਸਟ ਐਪਲੀਕੇਸ਼ਨ ਹੈ ਇਨ ਦ ਫੰਕਸ਼ਨ ਆਫ ਲੰਗਸ। ਹੁਣ ਲੰਗਸ ਦੇ ਵਿੱਚ ਰੈਸਪੀਰੇਸ਼ਨ ਜਿਹੜੀ ਹੋ ਰਹੀ ਹੈ, ਸਾਡੇ ਵਿੱਚ ਐਕਸਚੇਂਜ ਆਫ ਗੈਸਿਸ ਹੋ ਰਹੀ ਹੈ, ਉਹ ਵੀ ਕਿਹਦੇ ਅਕੋਰਡਿੰਗਲੀ ਹੈ? ਹੈਨਰੀਜ਼ ਲਾਅ ਦੇ ਨਾਲ ਹੀ ਹੈ। To minimize the painful effect of deep sea divers during the decompression, oxygen diluted with less soluble helium gas is used as breathing gas। ਤੇ ਹੁਣ ਇਹਦੇ ਵਿੱਚ ਵੀ ਉਹਨਾਂ ਨੇ ਇਹੀ ਦੱਸਿਆ ਕਿ ਜਿਹੜੀ ਅਸੀਂ ਹੀਲੀਅਮ ਗੈਸ ਐਡ ਕਰ ਰਹੇ ਹਾਂ ਬੱਚੇ ਸੀ ਡਾਈਵਰਸ ਲਈ, ਉਹ ਕੀ ਹੈ? ਉਹਦੇ ਨਾਲ ਨਾਈਟ੍ਰੋਜਨ ਦੇ ਬਬਲਸ ਨਹੀਂ ਬਣਨਗੇ। ਜੇ ਉਹ ਬਬਲਸ ਨਹੀਂ ਬਣਨਗੇ ਤੇ ਸਾਡੇ ਵਿੱਚ ਜਿਹੜੇ ਆਪਾਂ ਕਿਹਾ ਸੀ ਬੈਂਡਸ ਦੀ ਡਿਸੀਜ਼ ਆ ਉਹ ਨਹੀਂ ਹੋਏਗੀ ਤੇ ਅਸੀਂ ਸੇਫ ਰਹਾਂਗੇ। ਇਹ ਸਾਡੇ ਕੋਲ 4 ਐਪਲੀਕੇਸ਼ਨਸ ਸੀ ਹੈਨਰੀਜ਼ ਲਾਅ ਦੀਆਂ। ਠੀਕ ਹੈ, ਨਾਲ ਹੀ ਮੈਂ ਫੋਟੋ ਪਾ ਦੇਣਾ। ਪਹਿਲਾਂ ਇਹਨੂੰ ਰਾਈਟ ਕਰਿਓ, ਲਿਖਿਓ ਇਹਨੂੰ ਚੰਗੀ ਤਰ੍ਹਾਂ, ਫਿਰ 1-2 ਵਾਰੀ ਵੀਡੀਓ ਦੇਖ ਲਿਓ। ਥੈਂਕ ਯੂ।